तेरे कवण कवण गुण कह कह गावा। तू साहिब गुणी निधाना। तुमरी महिमा वर्ण न सकूं। तू ठाकुर ऊच भगवाना। ਗਿਆਨ ਧਿਆਨ ਕਿਛ ਕਰਮ ਨ ਜਾਣਾ। ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ। ਧੰਨ ਵਾਹਿਗੁਰੂ ਸਾਹਿਬ ਜੀਓ। ਮਹਿਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ। ਸਿਲ ਪੂਜਸ ਬਗੁਲ ਸਮਾਦੰ। ਮੁਖ ਝੂਠ ਵਿਭੂਖਨ ਸਾਰੰ। ਤ੍ਰੈਪਾਲ ਤਿਹਾਲ ਵਿਚਾਰੰ। ਗਲ ਮਾਲਾ ਤਿਲਕ ਲਿਲਾਟੰ। ਦੋਇ ਧੋਤੀ ਵਸਤਰ ਕਪਾਟੰ। ਜੇ ਜਾਣਸ ਬ੍ਰਹਮੰ ਕਰਮੰ। ਸਭ ਫੋਕਟ ਨਿਸਚਉ ਕਰਮੰ। ਕਹੋ ਨਾਨਕ ਨਿਹਚਉ ਧਿਆਵੈ। ਵਿਣ ਸਤਿਗੁਰ ਵਾਟ ਨ ਪਾਵੈ। ਪੌੜੀ ਕੱਪੜ ਰੂਪ ਸੁਹਾਵਣਾ। ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ। ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ। ਰਹ ਭੀੜੈ ਅੱਗੇ ਜਾਵਣਾ। ਨੰਗਾ ਦੋਜ਼ਕ ਚਾਲਿਆ। ਤਾਂ ਦਿਸੈ ਖਰਾ ਡਰਾਵਣਾ। ਕਰ ਔਗਣ ਪਛੋਤਾਵਣਾ। ਨੰਗਾ ਦੋਜ਼ਕ ਚਾਲਿਆ। ਤਾਂ ਦਿਸੈ ਖਰਾ ਡਰਾਵਣਾ। ਕਰ ਔਗਣ ਪਛੋਤਾਵਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ
ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਦੇ ਵਿੱਚ ਬੜੇ ਪ੍ਰੇਮ ਸਹਿਤ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਆਪ ਸਭ ਅਤਿਅੰਤ ਵਡਭਾਗੇ ਹੋ। ਨਿਤਾ ਪ੍ਰਤੀ ਦੇ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਬੈਠ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਜੀ ਦਿੱਲੀ ਵਾਲੇ, ਤਿੰਨਾਂ ਦੇ ਜਥੇ ਪਾਸੋਂ ਸਤਿਗੁਰਾਂ ਦੀ ਇਲਾਹੀ ਬਾਣੀ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ। ਆਓ ਸਾਧ ਸੰਗਤ ਅਗਲੇ ਸਮੇਂ ਦੇ ਲਈ ਆਸਾ ਕੀ ਵਾਰ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। ਆਸਾ ਕੀ ਵਾਰ ਦੀ 14 ਨੰਬਰ ਪੌੜੀ ਅਤੇ ਇਹਦੇ ਨਾਲ ਜੋ ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਜ ਹਨ, ਜਿਨ੍ਹਾਂ ਬਚਨਾਂ ਦੇ ਪਾਠ ਆਪ ਨੇ ਹੁਣੇ ਸਰਵਨ ਕੀਤੇ ਨੇ, ਆਓ ਇਹਨਾਂ ਦੀ ਵਿਚਾਰ ਸਾਂਝੀ ਕਰੀਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ, ਸੁਰਤ ਦੀ ਇਕਾਗਰਤਾ ਦੇ ਲਈ ਸਾਰੀ ਸੰਗਤ ਕਰੋ ਕਿਰਪਾ। ਕਿਰਪਾਲੂ ਸਤਿਗੁਰੂ ਦੇ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਸਾਰੇ ਰਸਨਾ ਨੂੰ ਪਵਿੱਤਰ ਕਰਨ ਲਈ ਜਪੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਹਿਮਤ ਕੀਤੀ। 14 ਨੰਬਰ ਪੌੜੀ, ਇਸ ਪੌੜੀ ਦੇ ਅੰਦਰ ਜਿਹੜੀ ਅਖੀਰਲੀ ਤੁਕ ਹੈ ਪੌੜੀ ਦੀ, ਉਸ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਪੌੜੀ ਦਾ ਤਤ ਸਾਰ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਤੇ ਅਖੀਰਲੀ ਪੰਕਤੀ ਹੈ ਕਰ ਔਗਣ ਪਛੋਤਾਵਣਾ। ਹਰੇਕ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਬਹੁਤ ਵੱਡੇ ਪਛਤਾਵੇ ਹੁੰਦੇ ਹਨ ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਪਛਤਾਵਿਆਂ ਦਾ ਕਾਰਨ ਕੀ ਹੈ? ਪਛਤਾਵਿਆਂ ਦਾ ਕਾਰਨ ਹੈ ਔਗਣ। ਕਰ ਔਗਣ ਪਛੋਤਾਵਣਾ। ਅਸੀਂ ਜਿੰਨੇ ਵੀ ਔਗਣ ਕਮਾਏ ਨੇ, ਉਹਨਾਂ ਦੇ ਕਰਕੇ ਸਾਨੂੰ ਅੰਤ ਵਿੱਚ ਪਛਤਾਵਾ ਹੁੰਦਾ ਹੈ ਤੇ ਪਛਤਾਵੇ ਦੇ ਵਿੱਚ ਬੰਦਾ ਫਿਰ ਝੂਰਦਾ ਰਹਿੰਦਾ ਹੈ। ਜ਼ਿੰਦਗੀ ਦਾ ਅੰਤ ਹੋ ਜਾਂਦਾ ਪਰ ਪ੍ਰਾਪਤੀ ਕੁਝ ਵੀ ਨਹੀਂ ਹੁੰਦੀ। ਇਸ ਕਰਕੇ ਬਾਣੀ ਨੇ ਸਾਨੂੰ ਸੁਚੇਤ ਕੀਤਾ, ਇਹ ਰਹਿਮਤ ਕਰਕੇ ਦੱਸਿਆ। ਬਾਬਾ ਫਰੀਦ ਸਾਹਿਬ ਦੇ ਪਾਵਨ ਬਚਨ ਹਨ, ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀਵਹੀਂ ਸਾਈਂ ਦੇ ਦਰਬਾਰ। ਕਹਿੰਦੇ ਜ਼ਿੰਦਗੀ ਵਿੱਚ ਕਦੇ ਵੀ ਉਹ ਕੰਮ ਨਾ ਕਰਿਓ ਜਿਹਦੇ ਕਰਕੇ ਤੁਹਾਨੂੰ ਪਛਤਾਵਾ ਕਰਨਾ ਪਵੇ, ਸ਼ਰਮਿੰਦਾ ਹੋਣਾ ਪਵੇ। ਉਹ ਕੰਮ ਮੂਲੋਂ ਹੀ ਨਹੀਂ ਕਰਨੇ ਚਾਹੀਦੇ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਵੇ। ਐਸਾ ਕੰਮ ਮੂਲੋਂ ਮੁੱਢੋਂ ਹੀ ਨਹੀਂ ਕਰਨਾ ਚਾਹੀਦਾ ਜਿਹਦੇ ਕਰਕੇ ਸਾਨੂੰ ਪਛਤਾਉਣਾ ਪਵੇ। ਹੁਣ ਸਤਿਗੁਰੂ ਜੀ ਨੇ ਜਿਹੜੇ ਪੌੜੀ ਦੇ ਨਾਲ 2 ਸ਼ਲੋਕ ਦਰਜ ਕੀਤੇ ਨੇ, ਪਹਿਲੇ ਸ਼ਲੋਕ ਦੀ ਵਿਚਾਰ ਆਪ ਜੀ ਨੇ 2 ਦਿਨ ਪਹਿਲਾਂ ਸਰਵਨ ਕੀਤੀ ਹੈ। ਸ਼ਲੋਕ ਹੈ ਮਹਾਰਾਜ ਜੀ ਦਾ, ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ
ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇਂ ਪਤ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ, ਤਰ ਤਰਾਜੂ ਤੋਲੀਐ ਨਿਵੇਂ ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਹ, ਸੀਸ ਨਵਾਇ ਕਿਆ ਥੀਏ ਜਾਂ ਰਿਦੇ ਕਸ਼ੁੱਧੇ ਜਾਹੇ। ਇਸ ਸ਼ਲੋਕ ਦੇ ਅੰਦਰ ਵੀ ਸਤਿਗੁਰੂ ਨੇ ਰਹਿਮਤ ਕੀਤੀ, ਭਾਵੇਂ ਮਨੁੱਖ ਬਾਹਰੀ ਤੌਰ ਤੇ ਵੇਖਣ ਨੂੰ ਕਿੰਨਾ ਵੀ ਸੋਹਣਾ ਲੱਗੇ, ਚੰਗਾ ਭਲਾ ਲੱਗੇ, ਪਰ ਗੱਲ ਅੰਦਰ ਦੀ ਕੀਤੀ। ਸਤਿਗੁਰੂ ਨੇ ਕਹਿੰਦੇ ਕਈ ਇਨਸਾਨ ਜਿਹੜੇ ਨੇ ਵੇਖਣ ਨੂੰ ਬਹੁਤ ਚੰਗੇ ਲੱਗਣਗੇ, ਪਰ ਉਹਨਾਂ ਦੇ ਕਰਮ ਚੰਗੇ ਨਹੀਂ। ਉਹਨਾਂ ਦੇ ਕੋਲ ਕੇਵਲ ਔਗਣ ਹਨ, ਗੁਣ ਕੋਈ ਨਹੀਂ। ਤੇ ਔਗਣਾਂ ਨਾਲ ਭਰੇ ਹੋਏ ਮਨੁੱਖ ਜਿਨ੍ਹਾਂ ਦੇ ਕੋਲ ਕੋਈ ਗੁਣ ਨਹੀਂ ਹੈ, ਸਤਿਗੁਰੂ ਨੇ ਉਹਨਾਂ ਦੀ ਉਦਾਹਰਨ ਦਿੱਤੀ ਤੇ ਨਾਲ ਜ਼ਿਕਰ ਕੀਤਾ ਸਿਮਲ ਦਾ। ਕਹਿੰਦੇ ਸਿਮਲ ਦਾ ਦਰਖਤ ਜਿਹੜਾ ਹੈ ਨਾ, ਬੜਾ ਉੱਚੇ ਆਕਾਰ ਵਾਲਾ ਵੱਡਾ ਹੈ, ਪਰ ਉਹਦੇ ਜਿਹੜੇ ਨੇ ਫਲ ਕਿਸੇ ਕੰਮ ਨਹੀਂ ਆਉਂਦੇ, ਉਹਦੇ ਫੁੱਲ ਵੀ ਕਿਸੇ ਕੰਮ ਨਹੀਂ ਆਉਂਦੇ। ਕੋਈ ਦਰਖਤ ਤੇ ਆ ਕੇ ਪੰਛੀ ਆਲ੍ਹਣਾ ਵੀ ਨਹੀਂ ਪਾਉਂਦਾ, ਉਸ ਦਾ ਆਕਾਰ ਹੀ ਇਸ ਤਰ੍ਹਾਂ ਦਾ ਹੁੰਦਾ। ਭਾਵ ਕਿਸੇ ਦਾ ਕੁਝ ਸਵਾਰਦਾ ਨਹੀਂ। ਇਸ ਕਰਕੇ ਬਹੁਤ ਵੱਡਾ ਉੱਚਾ ਹੋਣ ਦਾ ਕੀ ਲਾਭ ਹੋਇਆ? ਇਹਦੇ ਨਾਲੋਂ ਤਾਂ 52 ਚੰਦਨ ਕੇਵਲ 52 ਉਂਗਲਾਂ ਦਾ ਛੋਟਾ ਜਿਹਾ ਦਰਖਤ ਚੰਦਨ, ਕਹਿੰਦੇ ਭਾਵੇਂ ਬਹੁਤਾ ਵੱਡਾ ਨਹੀਂ ਹੈ, ਪਰ ਉਹਦੇ ਵਿੱਚ ਗੁਣ ਵੇਖੋ ਕਿੰਨੇ ਨੇ। ਇਸ ਕਰਕੇ ਉਹਦੇ ਗੁਣਾਂ ਕਰਕੇ ਉਹਨੂੰ ਸਾਰੀ ਬਨਸਪਤੀ ਵਿੱਚੋਂ ਉੱਤਮ ਗਿਣਿਆ ਜਾਂਦਾ ਹੈ। ਚੰਦਨ ਨੂੰ ਤੇ ਸਿਮਲ ਨੂੰ ਨਖਿੱਧ ਗਿਣਿਆ ਗਿਆ। ਮਹਾਰਾਜ ਫਿਰ ਅਗਲੇ ਸ਼ਲੋਕ ਦੇ ਰਾਹੀਂ ਕਿਰਪਾ ਕਰਕੇ ਦੱਸਦੇ ਨੇ, ਕਹਿੰਦੇ ਧਾਰਮਿਕ ਜਗਤ ਦੇ ਅੰਦਰ ਬਹੁਤ ਲੋਕ ਧਾਰਮਿਕ ਭੇਖ ਬਣਾਉਂਦੇ ਨੇ, ਪਰ ਕੇਵਲ ਭੇਖ ਹੀ ਹੈ। ਜੀਵਨ ਵਿੱਚ ਗੁਣ ਕੋਈ ਨਹੀਂ, ਧਰਮ ਦੀ ਸਿੱਖਿਆ ਕੋਈ ਨਹੀਂ, ਧਰਮ ਦਾ ਕੋਈ ਵੀ ਸ਼ੁਭ ਗੁਣ ਜਿਹੜਾ ਹੈ ਉਹ ਆਚਾਰ ਤੇ ਵਿਹਾਰ ਦੇ ਵਿੱਚੋਂ ਨਜ਼ਰ ਨਹੀਂ ਆਉਂਦਾ। ਸੱਚੇ ਪਾਤਸ਼ਾਹ ਕਹਿੰਦੇ ਫਿਰ ਧਾਰਮਿਕ ਭੇਖ ਬਣਾਇਆ ਵੀ ਕਿਸੇ ਕੰਮ ਨਹੀਂ। ਇਸ ਭੇਖ ਦੇ ਨਾਲ ਕੁਝ ਦੇਰ ਲਈ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ, ਪਰ ਪਰਮੇਸ਼ਰ ਦੇ ਘਰੋਂ ਮਾਣ ਨਹੀਂ ਮਿਲੇਗਾ, ਵਡਿਆਈ ਨਹੀਂ ਮਿਲਣੀ, ਕਿਉਂਕਿ ਉੱਥੇ ਤਾਂ ਉਹੀ ਪ੍ਰਵਾਨ ਹਨ ਜਿਨ੍ਹਾਂ ਦੇ ਅੰਦਰ ਸੱਚ ਹੈ। ਮਹਾਰਾਜ ਕਹਿੰਦੇ ਨੇ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਜਿਨ੍ਹਾਂ ਦੇ ਅੰਦਰ ਰੇਸ਼ਮ ਹੈ, ਬਾਹਰ ਭਾਵੇਂ ਪਾਟੀਆਂ ਲੀਰਾਂ ਹੀ ਹੋਣ, ਬਾਹਰਲਾ ਭੇਖ ਭਾਵੇਂ ਉਹਨਾਂ ਦਾ ਇੰਨਾ ਚੰਗਾ ਨਾ ਹੋਵੇ, ਪਰ ਅੰਦਰ ਜੇ ਧਰਮ ਹੈ, ਅੰਦਰ ਸ਼ੁਭ ਗੁਣ ਨੇ, ਤਾਂ ਮਾਲਕ ਦੇ ਦਰ ਤੇ ਉਹ ਪ੍ਰਵਾਨ ਹੋਣਗੇ। ਸਤਿਗੁਰੂ ਜੀ ਨੇ ਦੂਸਰੇ ਸ਼ਲੋਕ ਦੇ ਅੰਦਰ ਜ਼ਿਕਰ ਕੀਤਾ ਹੈ ਉਸ ਵਿਅਕਤੀ ਦਾ, ਜਿਹੜਾ ਵਿਅਕਤੀ ਧਾਰਮਿਕ ਪੁਸਤਕਾਂ ਨੂੰ ਪੜ੍ਹਦਾ ਹੈ ਅਤੇ ਪੜ੍ਹਨ ਤੋਂ ਬਾਅਦ ਜਿਹੜਾ ਗਿਆਨ ਹਾਸਲ ਕਰ ਲਿਆ, ਉਸ ਗਿਆਨ ਦੇ ਨਾਲ ਉਹ ਗਿਆਨ ਚਰਚਾ ਵੀ ਕਰਦਾ ਹੈ। ਪੜ੍ਹ ਪੁਸਤਕ ਸੰਧਿਆ ਬਾਦੰ, ਕਹਿੰਦੇ ਚਰਚਾ ਵੀ ਕਰਦਾ ਤੇ ਚਰਚਾ ਵੀ ਏਡੀ ਵੱਡੀ ਕਿ ਗਿਆਨ ਦੇ ਵਿੱਚ ਦੂਜੇ ਬੰਦਿਆਂ ਨੂੰ ਹਰਾ ਦਿੰਦਾ ਹੈ। ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਇੰਨਾ ਗਿਆਨ ਇਕੱਠਾ ਕੀਤੀ ਫਿਰਦਾ ਉਹ ਬੰਦਾ, ਤੇ ਦੇਖਣ ਵਾਲੇ ਕੀ ਕਹਿਣਗੇ ਵੀ ਇਹ ਗਿਆਨੀ ਹੈ। ਦੇਖਣ ਵਾਲੇ ਕੀ ਕਹਿਣਗੇ? ਗਿਆਨੀ ਹੈ। ਇਹ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦਾ, ਇੰਨਾ ਗਿਆਨ ਇਹਦੇ ਕੋਲ ਹੈ। ਪਰ ਫਿਰ ਬੇਨਤੀ ਕਰਦੇ ਹਾਂ, ਉਹ ਗਿਆਨ ਜੇ ਆਪਣੇ ਜੀਵਨ ਵਿੱਚ ਕਮਾਇਆ ਨਹੀਂ, ਤਾਂ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਜਿਹੜਾ ਅੰਮ੍ਰਿਤ ਵੇਲੇ ਦਾ ਹੁਕਮ ਹੈ ਉਹ ਵੀ ਆਸਾ ਕੀ ਵਾਰ ਵਿੱਚੋਂ ਆਇਆ। ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ।
ਪੜ੍ਹੀਏ ਜੇਤੀ ਆਰਜਾ ਪੜ੍ਹੀਏ ਜੇਤੇ ਸਾਸ। ਮਹਾਰਾਜ ਕਹਿੰਦੇ ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਝਾਖ। ਪੜ੍ਹੀਏ ਜੇਤੇ ਬਰਸ ਬਰਸ ਪੜ੍ਹੀਏ ਜੇਤੇ ਮਾਸ। ਕਹਿੰਦੇ ਭਾਵੇਂ ਸਾਰੀ ਉਮਰ ਤੂੰ ਪੜ੍ਹਦਾ ਰਹੋ, ਇੰਨੀ ਪੜ੍ਹਾਈ ਕਰ ਲਵੇਂ ਕਿ ਉਹ ਗੱਡੇ ਲੱਦੇ ਜਾਣ ਕਿਤਾਬਾਂ ਦੇ, ਬੇੜੀਆਂ ਭਰ ਜਾਣ, ਖੂਹ ਭਰ ਜਾਣ, ਇੰਨੀਆਂ ਪੁਸਤਕਾਂ ਤੂੰ ਪੜ੍ਹ ਲਵੇਂ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਝਾਖ। ਕਹਿੰਦੇ ਇਹ ਪੜ੍ਹਾਈ, ਇਹ ਗਿਆਨ ਹਾਸਲ ਕਰਕੇ ਜੇ ਤੈਨੂੰ ਰੱਬੀ ਹੁਕਮ ਵਿੱਚ ਰਹਿਣਾ ਨਹੀਂ ਆਇਆ, ਪਰਮੇਸ਼ਰ ਦੀ ਯਾਦ ਵਿੱਚ ਤੂੰ ਨਹੀਂ ਜੁੜ ਸਕਿਆ, ਤਾਂ ਇਹ ਹਉਮੈ ਦਾ ਸ਼ਿਕਾਰ ਹੋ ਕੇ ਝਾਕੀ ਮਾਰੀ ਸਾਰੀ ਉਮਰ, ਹੋਰ ਕੀਤਾ ਕੁਝ ਨਹੀਂ, ਹੋਰ ਕੀਤਾ ਕੁਝ ਨਹੀਂ। ਸੋ ਮਹਾਰਾਜ ਬਾਣੀ ਵਿੱਚ ਕਹਿੰਦੇ ਮਨ ਸਮਝਾਵਣ ਕਾਰਨੇ, ਕਛੁਕ ਪੜ੍ਹੀਐ ਗਿਆਨ। ਕਹਿੰਦੇ ਗਿਆਨ ਤਾਂ ਪ੍ਰਾਪਤ ਕਰਨਾ ਸੀ ਮਨ ਨੂੰ ਸਮਝਾਉਣ ਵਾਸਤੇ, ਪਰ ਇੱਥੇ ਬੰਦਾ ਕੀ ਕਰਦਾ, ਗਿਆਨ ਪ੍ਰਾਪਤ ਕਰਕੇ ਬੰਦੇ ਸ਼ੈਤਾਨ ਬਣ ਜਾਂਦੇ ਨੇ। ਆ ਤੁਸੀਂ ਵੇਖਦੇ ਹੋ ਰੋਜ਼ ਬੜੇ ਲੋਕ ਕੁਰਲਾ ਰਹੇ ਹੁੰਦੇ ਨੇ ਕਿ ਸਾਡੇ ਅਕਾਊਂਟ ਵਿੱਚੋਂ ਸਾਰਾ ਪੈਸਾ ਕਿਸੇ ਨੇ ਕਢਾ ਲਿਆ। ਇਹ ਅਨਪੜ੍ਹ ਬੰਦਿਆਂ ਦਾ ਕੰਮ ਤਾਂ ਨਹੀਂ ਹੈਗਾ ਨਾ, ਇਹ ਪੜ੍ਹੇ ਲਿਖੇ ਸ਼ੈਤਾਨ ਕਿਸਮ ਦੇ ਬੰਦਿਆਂ ਦਾ ਕੰਮ ਹੈ, ਜਿਨ੍ਹਾਂ ਨੇ ਪੜ੍ਹ ਕੇ ਗਿਆਨ ਹਾਸਲ ਕਰ ਲਿਆ। ਉਹ ਗਿਆਨ ਕਿਸੇ ਦਾ ਭਲਾ ਕਰਨ ਵਾਸਤੇ ਨਹੀਂ ਵਰਤ ਰਹੇ, ਉਹ ਗਿਆਨ ਵਰਤ ਰਹੇ ਨੇ ਕਿਸੇ ਨੂੰ ਲੁੱਟਣ ਵਾਸਤੇ। ਆਮ ਸਧਾਰਨ ਬੰਦਾ ਤਾਂ ਮੋਬਾਈਲ ਚਲਾ ਹੀ ਨਹੀਂ ਸਕਦਾ, ਪਰ ਇਸ ਮੋਬਾਈਲ ਦੀ ਵਰਤੋਂ ਕਰਕੇ ਕਿਸੇ ਦੇ ਖਾਤੇ ਵਿੱਚੋਂ ਪੈਸੇ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਲੈਣੇ। ਇਹ ਛਾਤਰ ਬੰਦੇ ਦਾ ਕੰਮ ਹੈ, ਪੜ੍ਹੇ ਲਿਖੇ ਬੰਦੇ ਦਾ ਕੰਮ ਹੈ। ਹੁਣ ਇਹੋ ਜਿਹੀ ਪੜ੍ਹਾਈ ਲਿਖਾਈ ਜਿਹੜੀ ਹੈ ਸਮਾਜ ਨੂੰ ਕੋਈ ਚੰਗਾ ਉਹ ਪ੍ਰਦਾਨ ਨਹੀਂ ਕਰ ਰਹੀ, ਸਗੋਂ ਸਮਾਜ ਦੇ ਵਿੱਚ ਅਸਥਿਰਤਾ ਪੈਦਾ ਹੋ ਰਹੀ ਹੈ, ਲੋਕਾਂ ਦਾ ਘਾਣ ਹੋ ਰਿਹਾ ਹੈ। ਤੇ ਹੁਣ ਟੈਕਨੋਲੋਜੀ ਇਸ ਤੋਂ ਵੀ ਅੱਗੇ ਫਾਸਟ ਆ ਰਹੀ ਹੈ। ਉਹ ਟੈਕਨੋਲੋਜੀ ਜਿਹੜੀ ਅੱਗੇ ਆ ਰਹੀ ਨਾ ਹੁਣ ਹੋਰ AI ਟੈਕਨੋਲੋਜੀ, ਉਹਦੇ ਵਿੱਚ ਇੰਨੀ ਜ਼ਿਆਦਾ ਐਡਵਾਂਸ ਟੈਕਨੀਕ ਆ ਗਈ ਹੈ ਕਿ ਤੁਸੀਂ ਕਿਸੇ ਬੰਦੇ ਦਾ ਵੀ ਜਿਹੜਾ ਫੇਸ ਹੈ ਉਹ ਕਿਸੇ ਤੇ ਵੀ ਲਾ ਸਕਦੇ ਹੋ। ਕਿਸੇ ਦੀ ਆਵਾਜ਼, ਤੁਸੀਂ ਆਪਣੀ ਆਵਾਜ਼ ਨੂੰ ਕਿਸੇ ਦੀ ਆਵਾਜ਼ ਵਿੱਚ ਚੇਂਜ ਕਰ ਸਕਦੇ ਹੋ। ਹੁਣ ਕੋਈ ਵੀ ਵੀਡੀਓ ਹੈ ਉਹਦੇ ਉੱਪਰ ਕਿਸੇ ਦਾ ਫੇਸ ਲਾ ਦਿੱਤਾ ਜਾਏਗਾ, ਕਿਸੇ ਦੀ ਵਿੱਚ ਆਵਾਜ਼ ਭਰ ਦਿੱਤੀ ਜਾਏਗੀ, ਤਾਂ ਆਮ ਬੰਦਾ ਸੁਰੱਖਿਅਤ ਨਹੀਂ ਹੈਗਾ। ਹੋ ਸਕਦਾ ਤੁਹਾਡੀਆਂ ਹੀ ਸੋਸ਼ਲ ਮੀਡੀਆ ਤੋਂ ਫੋਟੋ ਲੈ ਕੇ ਉਹਨੂੰ ਇਸ ਢੰਗ ਦੀ ਵੀਡੀਓ ਬਣਾ ਕੇ ਵਿੱਚ ਹੋਰ ਆਵਾਜ਼ ਭਰ ਕੇ ਤੁਹਾਨੂੰ ਹੀ ਬਲੈਕਮੇਲ ਕੀਤਾ ਜਾਵੇ ਵੀ ਆਹ ਵੀਡੀਓ ਤੁਹਾਡੀ ਆਈ ਹੈ, ਇਹ ਮੈਂ ਵਾਇਰਲ ਕਰ ਦਿਆਂਗਾ। ਤੇ ਤੁਸੀਂ ਇਕੱਲੇ ਇਕੱਲੇ ਨੂੰ ਸਪਸ਼ਟੀਕਰਨ ਕਿਵੇਂ ਦਿਓਗੇ ਵੀ ਇਹ ਵੀਡੀਓ ਮੇਰੀ ਨਹੀਂ ਹੈਗੀ? ਉਹਨੇ ਕਹਿਣਾ ਆਵਾਜ਼ ਵੀ ਤੇਰੀ ਹੈ, ਚਿਹਰਾ ਵੀ ਤੇਰਾ ਹੈ। ਹੁਣ ਇਹ ਟੈਕਨੋਲੋਜੀ ਦਾ ਯੁੱਗ ਹੈ ਤੇ ਇਹ ਕੰਮ ਜਿਹੜਾ ਹੈ ਕੋਈ ਆਮ ਬੰਦਾ ਨਹੀਂ ਕਰ ਸਕਦਾ, ਪੜ੍ਹਿਆ ਲਿਖਿਆ ਛਾਤਰ ਬੰਦਾ ਕਰੇਗਾ। ਪਰ ਇਹ ਪੜ੍ਹਾਈ ਲਿਖਾਈ ਗਿਆਨ ਹਾਸਲ ਕਰਕੇ ਦੁਨੀਆ ਨੂੰ ਲੁੱਟਣ ਦਾ ਯਤਨ ਕੀਤਾ ਜਾ ਰਿਹਾ ਹੈ। ਮਹਾਰਾਜ ਕਹਿੰਦੇ ਉਹ ਪੜ੍ਹਾਈ ਲਿਖਾਈ ਚੰਗੀ ਹੈ ਜਿਹਦੇ ਨਾਲ ਸਮਾਜ ਦੇ ਭਲੇ ਦੇ ਕਾਰਜ ਹੋ ਸਕਣ। ਉਹ ਗਿਆਨ ਚੰਗਾ ਹੈ ਜਿਹਦੇ ਨਾਲ ਸਮਾਜ ਨੂੰ ਕੋਈ ਚੰਗੀ ਸੇਧ ਮਿਲ ਸਕੇ। ਇਸੇ ਤਰ੍ਹਾਂ ਧਾਰਮਿਕ ਜਗਤ ਦੀ ਗੱਲ ਕੀਤੀ ਸਤਿਗੁਰੂ ਨੇ ਇਸ ਸ਼ਲੋਕ ਦੇ ਅੰਦਰ। ਕਹਿੰਦੇ ਵੀ ਜਿਹੜਾ ਬ੍ਰਾਹਮਣ ਹੈ, ਪੰਡਤ ਹੈ, ਵੇਦਾਂ ਦੇ ਮੁਤਾਬਕ, ਸਿਮਰਤੀਆਂ ਦੇ ਮੁਤਾਬਕ ਉਹਨੇ ਆਖਿਆ ਵੀ ਮੈਂ ਸਭ ਤੋਂ ਸ੍ਰੇਸ਼ਟ ਹਾਂ। ਸਿਮਰਤੀਆਂ ਦੇ ਮੁਤਾਬਕ ਵਰਨ ਵੰਡ ਵਿੱਚ ਬ੍ਰਾਹਮਣ ਨੂੰ ਸ੍ਰੇਸ਼ਟ ਗਿਣਿਆ ਗਿਆ ਕਿ ਮੇਰਾ ਜਨਮ ਬ੍ਰਹਮਾ ਦੇ ਮੁਖ ਤੋਂ ਹੋਇਆ ਹੈ। ਫਿਰ ਉਹਨੇ ਕਿਹਾ ਵੀ ਮੇਰਾ ਕੰਮ ਜਿਹੜਾ ਹੈ ਵਿਦਿਆ ਪੜ੍ਹਨੀ ਪੜ੍ਹਾਉਣੀ, ਜੱਗ ਕਰਨੇ ਕਰਾਉਣੇ, ਦਾਨ ਦੇਣਾ ਅਤੇ ਲੈਣਾ, ਇਹ ਖੱਟ ਕਰਮ ਮੇਰੇ ਹਿੱਸੇ ਆਏ ਨੇ। ਇਸ ਕਰਕੇ ਮੈਂ ਸਾਰੇ ਕਰਮ ਕਰਾਂਗਾ ਤੇ ਬਾਕੀ ਜਿਹੜੇ ਵਰਨ ਹਨ ਨਾ ਉਹ ਮੇਰੇ ਕੋਲੋਂ ਪੁੱਛ ਕੇ ਹੀ ਸਾਰੇ ਕਰਮ ਕਰਨ। ਇਸ ਤਰ੍ਹਾਂ ਸਾਰੇ ਲੋਕਾਂ ਨੂੰ ਉਸ ਨੇ ਇਸ ਢੰਗ ਦੇ ਨਾਲ ਸੈੱਟ ਕੀਤਾ ਹੋਇਆ ਸੀ ਕਿ ਸਾਰੇ ਲੋਕ ਜਿਹੜੇ ਸਨ, ਭਾਵੇਂ ਖੱਤਰੀ ਹੈ, ਭਾਵੇਂ ਵੈਸ਼ ਹਨ ਤੇ ਭਾਵੇਂ ਸ਼ੂਦਰ ਹਨ, ਉਹ ਬ੍ਰਾਹਮਣ ਦੇ ਪੁੱਛੇ ਬਗੈਰ ਕੋਈ ਵੀ ਕੰਮ ਜਿਹੜਾ ਹੈ
ਨਹੀਂ ਕਰਦੇ। ਹਰ ਕੰਮ ਕਰਨ ਤੋਂ ਪਹਿਲਾਂ ਪੰਡਤ ਜੀ ਨੂੰ ਜਾ ਕੇ ਪੁੱਛਿਆ ਜਾਂਦਾ ਸੀ, ਬਈ ਆਹ ਕੰਮ ਅਸੀਂ ਕਰਨਾ ਏ, ਦੱਸੋ ਕਰੀਏ ਕਿ ਨਾ। ਇੱਥੋਂ ਤੱਕ ਲੋਕਾਂ ਦੇ ਮਨ ਵਿੱਚ ਵਹਿਮ ਹੁੰਦਾ ਸੀ, ਜੇ ਕਿਸੇ ਨੇ ਫਸਲ ਵੀ ਬੀਜਣ ਜਾਣੀ ਹੈ ਨਾ, ਉਹਨੇ ਵੀ ਜਾ ਕੇ ਪੁੱਛਣਾ ਪੰਡਤ ਜੀ ਨੂੰ ਕਿ ਮੈਂ ਫਸਲ ਬੀਜਣ ਚੱਲਿਆ, ਪੰਡਤ ਜੀ ਜ਼ਿਆਦਾ ਧਿਆਨ ਲਾ ਕੇ ਪੱਤਰੀ ਵਾਚ ਕੇ ਦੱਸੋ ਵੀ ਮੇਰੀ ਜ਼ਮੀਨ ਸੁੱਤੀ ਹੋਈ ਹੈ ਜਾਂ ਜਾਗਦੀ ਹੈ। ਤੇ ਪੰਡਤ ਜੀ ਨੇ ਵੇਖ ਕੇ ਪੱਤਰੀ ਕਹਿਣਾ, ਅੱਜ ਮੰਗਲਵਾਰ ਹੈ, ਅੱਜ ਤੇਰੀ ਜ਼ਮੀਨ ਸੁੱਤੀ ਹੋਈ ਹੈ, ਕੱਲ ਨੂੰ ਬੁੱਧਵਾਰ ਹੈ, ਤੂੰ ਬੁੱਧਵਾਰ ਇੰਨੇ ਵਜੇ ਜਾ ਕੇ ਬੀਜ ਬੀਜਣਾ ਹੈ। ਆਖਣਾ ਠੀਕ ਹੈ ਜੀ। ਇਸ ਤਰ੍ਹਾਂ ਲੋਕਾਂ ਨੂੰ ਉਹਨੇ ਭਰਮ ਵਿੱਚ ਪਾਇਆ ਹੋਇਆ ਸੀ। ਹੁਣ ਜ਼ਮੀਨ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਜ਼ਿਮੀਂਦਾਰ ਹੈ ਉਹਨੂੰ ਪਤਾ ਹੈ ਵੱਤਰ ਦਾ ਸਮਾਂ ਕਦੋਂ ਹੈ। ਬੀਜ ਤਾਂ ਉਹੀ ਪ੍ਰਫੁੱਲਤ ਹੋਏਗਾ ਜਿਹੜਾ ਸਹੀ ਵੱਤਰ 'ਤੇ ਬੀਜਿਆ ਜਾਏਗਾ। ਜੇ ਵੱਤਰ ਬਹੁਤ ਜ਼ਿਆਦਾ ਗਿੱਲਾ ਹੋਇਆ ਤਾਂ ਵੀ ਬੀਜ ਜਿਹੜਾ ਹੈ ਉਹ ਸਹੀ ਢੰਗ ਨਾਲ ਜਰਮੀਨੇਸ਼ਨ ਨਹੀਂ ਹੁੰਦੀ, ਉਗਦਾ ਨਹੀਂ ਹੈ। ਜੇ ਵੱਤਰ ਖੁਸ਼ਕ ਹੋ ਗਿਆ ਤਾਂ ਵੀ ਨਹੀਂ ਬੀਜ ਉਗਣਾ। ਸੋ ਵੱਤਰ ਦਾ ਸਮਾਂ ਜ਼ਿਮੀਂਦਾਰ ਨੂੰ ਪਤਾ ਹੈ, ਪਰ ਉਹ ਫਿਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਭਰਮ ਵਿੱਚ ਫਸਿਆ ਹੋਇਆ ਸੀ। ਤੋ ਪੜ੍ਹਿਆ ਲਿਖਿਆ ਵਰਗ ਸੀ, ਉਹਨੇ ਫਿਰ ਆਮ ਲੋਕਾਂ ਦਾ ਰੱਜ ਕੇ ਸ਼ੋਸ਼ਣ ਕੀਤਾ। ਆਮ ਲੋਕਾਂ ਨੂੰ ਬੁਰੀ ਤਰ੍ਹਾਂ ਉਹਨਾਂ ਨੇ ਗੁੰਮਰਾਹ ਕਰਕੇ ਲੁੱਟਣਾ ਸ਼ੁਰੂ ਕਰ ਦਿੱਤਾ। ਤੇ ਸਤਿਗੁਰੂ ਜੀ ਇੱਥੇ ਫਿਰ ਉਸ ਪੁਜਾਰੀ ਦੇ, ਬ੍ਰਾਹਮਣ ਦੇ, ਪੰਡਤ ਦੇ ਦੁਆਰਾ ਕੀਤੇ ਜਾ ਰਹੇ ਸਾਰੇ ਕਰਮਾਂ ਦਾ ਜ਼ਿਕਰ ਕਰਦੇ ਨੇ। ਤਾਂ ਮੈਂ ਬੇਨਤੀ ਕਰਦਿਆਂ, ਭਾਵੇਂ ਇੱਥੇ ਇੱਕ ਪੰਡਤ ਦੁਆਰਾ ਕੀਤੇ ਹੋਏ ਕਰਮਾਂ ਦੀ, ਚਿੰਨ੍ਹਾਂ ਦੀ ਗੱਲ ਕੀਤੀ ਹੈ, ਪਰ ਬਾਣੀ ਦਾ ਉਪਦੇਸ਼ ਸਾਰਿਆਂ ਲਈ ਸਾਂਝਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਇੱਥੇ ਨਹੀਂ ਵੀ ਮਹਾਰਾਜ ਨੇ ਸਿੱਖਾਂ ਨੂੰ ਬਖਸ਼ ਦਿੱਤਾ, ਨਹੀਂ। ਮਹਾਰਾਜ ਕਹਿੰਦੇ ਤੁਸੀਂ ਵੀ ਜੇ ਧਾਰਮਿਕ ਭੇਖ ਬਣਾ ਕੇ ਤੁਸੀਂ ਵੀ ਲੋਕਾਂ ਨੂੰ ਗੁਰੂ ਦਾ ਸਹੀ ਗਿਆਨ ਨਹੀਂ ਦਿਓਗੇ, ਗੁੰਮਰਾਹ ਕਰਕੇ ਲੁੱਟੋਗੇ, ਤਾਂ ਤੁਹਾਡੇ 'ਤੇ ਵੀ ਇਹ ਸ਼ਬਦ ਉਨੇ ਹੀ ਲਾਗੂ ਹੋਣਗੇ, ਉਨੇ ਹੀ। ਇਹ ਨਹੀਂ ਵੀ ਸਿੱਖਾਂ ਨੂੰ ਆਖਿਆ ਵੀ ਤੁਸੀਂ ਜੋ ਮਰਜ਼ੀ ਕਰੀ ਜਾਓ, ਤੁਹਾਨੂੰ ਸਾਰਾ ਕੁਝ ਮੁਆਫ ਹੈ, ਨਹੀਂ। ਇਹ ਹਦਾਇਤਾਂ ਬਾਣੀ ਦੀਆਂ ਇਹ ਸਾਰਿਆਂ 'ਤੇ ਲਾਗੂ ਹੋਣੀਆਂ ਨੇ, ਭਾਵੇਂ ਕੋਈ ਸਿੱਖ ਹੈ ਤੇ ਭਾਵੇਂ ਕੋਈ ਹੋਰ ਕਿਸੇ ਵਰਗ ਨਾਲ ਸੰਬੰਧਿਤ ਹੈ, ਕਿਉਂਕਿ ਸਤਿਗੁਰੂ ਦਾ ਉਪਦੇਸ਼ ਤਾਂ ਸਾਰਿਆਂ ਲਈ ਸਾਂਝਾ ਹੈ। ਭਾਵੇਂ ਇੱਥੇ ਵਕਤੀ ਤੌਰ 'ਤੇ ਮਹਾਰਾਜ ਨੇ ਗਾਇਤਰੀ ਮੰਤਰ ਦਾ ਪਾਠ ਕਰਨ ਵਾਲੇ, ਗਲ ਵਿੱਚ ਮਾਲਾ ਪਾਉਣ ਵਾਲੇ, ਮੱਥੇ 'ਤੇ ਤਿਲਕ ਲਾਉਣ ਵਾਲੇ ਪੰਡਤ ਦਾ ਜ਼ਿਕਰ ਕੀਤਾ ਹੈ, ਪਰ ਉਪਦੇਸ਼ ਸਾਰਿਆਂ ਲਈ ਸਾਂਝਾ ਹੈ। ਜੇ ਇੱਕ ਧਾਰਮਿਕ ਮੰਦਰ ਦੇ ਵਿੱਚ ਇੱਕ ਪੰਡਤ ਉੱਥੋਂ ਦਾ ਮੁਖੀ ਬਣ ਕੇ ਬਹਿ ਕੇ ਸਾਰਿਆਂ ਨੂੰ, ਲੋਕਾਂ ਨੂੰ ਵੇਦਾਂ ਦਾ ਗਿਆਨ ਸੁਣਾ ਰਿਹਾ, ਤੇ ਗੁਰਦੁਆਰੇ ਦਾ ਗ੍ਰੰਥੀ ਸਿੰਘ, ਪਾਠੀ ਸਿੰਘ, ਉਹ ਵੀ ਇੱਕ ਧਾਰਮਿਕ ਸ਼ਖਸੀਅਤ ਦੇ ਤੌਰ 'ਤੇ ਗੁਰਦੁਆਰੇ ਵਿੱਚ ਬੈਠਾ ਹੈ, ਉਹਦੀ ਵੀ ਉਨੀ ਹੀ ਜਵਾਬਦੇਹੀ, ਉਨੀ ਹੀ ਵੱਡੀ ਜ਼ਿੰਮੇਵਾਰੀ ਉਹਦੀ ਵੀ ਹੈ। ਜੇ ਉਹ ਗੁਰੂ ਦਾ ਸਹੀ ਗਿਆਨ ਲੋਕਾਂ ਦੇ ਸਾਹਮਣੇ ਨਹੀਂ ਰੱਖ ਰਿਹਾ ਤਾਂ ਉਹ ਵੀ ਉੱਥੇ ਦੋਸ਼ੀ ਹੈ, ਦੋਸ਼ੀ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਕਈ ਵਾਰਾਂ ਸਾਹਮਣੇ ਬੈਠੇ ਲੋਕਾਂ ਵੱਲ ਵੇਖ ਕੇ ਮਨੁੱਖ ਕਹਿੰਦਾ ਵੀ ਮੈਂ ਜਿਹੜੀ ਗੱਲ ਕਰਨੀ ਨਾ, ਇਸ ਢੰਗ ਨਾਲ ਕਰਾਂ ਮੇਰੀ ਗੱਲ ਕਿਸੇ ਨੂੰ ਚੁੱਭ ਨਾ ਜਾਏ, ਕਿਸੇ ਨੂੰ ਲੱਗ ਨਾ ਜਾਏ, ਸਾਹਮਣੇ ਬੈਠਾ ਕੋਈ ਨਾਰਾਜ਼ ਹੀ ਨਾ ਹੋ ਜਾਏ ਗੁਰੂ ਦੀ ਗੱਲ ਸੁਣ ਕੇ। ਇਸ ਕਰਕੇ ਕਈ ਵਾਰਾਂ ਕੁਝ ਲੋਕ ਗੁਰੂ ਦੀ ਗੱਲ ਕਰਨ ਲੱਗਿਆਂ ਗੱਲ ਨੂੰ ਛੁਪਾ ਲੈਂਦੇ ਨੇ, ਸਹੀ ਸਿੱਖਿਆ, ਸਹੀ ਗਿਆਨ ਜਿਹੜਾ ਹੈ ਅੱਗੇ ਪਹੁੰਚਾਉਂਦੇ ਨਹੀਂ। ਮਹਾਰਾਜ ਉਹਨਾਂ ਦੇ ਪਰਥਾਏ ਕਹਿੰਦੇ ਨੇ, ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਜੀਓ ਤਿਨ ਕਾ ਦਰਸ਼ਨ ਨਾ ਕਰਿਓ ਪਾਪਿਸ਼ਟ ਹਥਿਆਰੀ। ਉਹ ਘਰ ਘਰ ਫਿਰੇ ਕਸ਼ੁੱਧ ਮਨ ਜਿਉ ਧਰਗਟ ਨਾਰੀ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਆਪਣੇ ਗੁਰੂ ਦੀ ਸਿੱਖਿਆ ਨੂੰ ਛੁਪਾ ਲਿਆ, ਗੁਰੂ ਦੀ ਸਿੱਖਿਆ ਨੂੰ ਛੁਪਾ ਲਿਆ, ਕਹਿੰਦੇ ਸਭ ਤੋਂ ਭੈੜੇ ਮਨੁੱਖ ਹਨ ਉਹ। ਤੇ ਸਾਹਿਬ ਕਹਿੰਦੇ ਵੀ ਮੈਂ ਉਹਨਾਂ ਦਾ ਦਰਸ਼ਨ ਵੀ ਨਹੀਂ ਕਰਨਾ ਚਾਹੁੰਦਾ। ਉਹ ਤਾਂ ਬਹੁਤ ਭੈੜੇ ਆਚਰਣ ਵਾਲੇ, ਜਿਵੇਂ ਇੱਕ ਘਰੋਂ ਕੱਢੀ ਹੋਈ ਧਰਗਟੀ ਹੋਈ ਨਾਰੀ ਘਰ ਘਰ ਭਟਕਦੀ ਹੈ,
ਇਸ ਤਰ੍ਹਾਂ ਦਾ ਕਿਰਦਾਰ ਉਹਨਾਂ ਮਨੁੱਖਾਂ ਦਾ ਹੈ ਜਿਹੜੇ ਗੁਰੂ ਦੀ ਨਿੰਦਿਆ ਕਰਦੇ, ਗੁਰੂ ਦੀ ਸਿੱਖਿਆ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਹੀ ਨਹੀਂ ਕਰਦੇ। ਸੋ ਮਹਾਰਾਜ ਕਿਰਪਾ ਕਰਦੇ, ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ। ਕਹਿੰਦੇ ਇੱਕ ਮਨੁੱਖ ਜਿਹੜਾ ਧਾਰਮਿਕ ਪੁਸਤਕਾਂ ਦਾ ਪਾਠ ਵੀ ਕਰਦਾ ਹੈ, ਸੰਧਿਆ ਵੀ ਕਰਦਾ ਹੈ, ਧਰਮ ਦੀ ਚਰਚਾ ਵੀ ਕਰਦਾ, ਗਿਆਨ ਚਰਚਾ ਵੀ ਕਰਦਾ, ਫਿਰ ਕਹਿੰਦੇ ਸਿਲ ਪੂਜਸ ਬਗਲ ਸਮਾਦੰ, ਮੂਰਤੀ ਦੀ ਪੂਜਾ ਵੀ ਕਰਦਾ, ਬਗਲੇ ਵਾਂਗੂ ਸਮਾਧੀ ਵੀ ਲਾ ਕੇ ਰੱਖਦਾ ਹੈ। ਮੁਖ ਝੂਠ ਵਿਭੂਖਣ ਸਾਰੰ, ਕਹਿੰਦੇ ਬਗਲੇ ਵਾਂਗ ਸਮਾਧੀ ਵੀ ਲਾਈ, ਮੂਰਤੀ ਦੀ ਪੂਜਾ ਵੀ ਕੀਤੀ, ਧਰਮ ਦੀਆਂ ਪੁਸਤਕਾਂ ਵੀ ਪੜ੍ਹੀਆਂ, ਤੇ ਮੁਖ ਤੋਂ ਝੂਠ ਬੋਲਦਾ ਹੈ, ਪਰ ਪਤਾ ਨਹੀਂ ਲੱਗਣ ਦਿੰਦਾ ਦੁਨੀਆ ਨੂੰ, ਕਿਉਂਕਿ ਝੂਠ ਦਾ ਸ਼ਿੰਗਾਰ ਹੀ ਇੰਨਾ ਜ਼ਿਆਦਾ ਕੀਤਾ ਜਾਂਦਾ, ਉਹ ਸੱਚ ਪ੍ਰਤੀਤ ਹੋਣ ਲੱਗ ਪੈਂਦਾ ਵੀ ਸੱਚ ਹੀ ਹੈ। ਮੁਖ ਝੂਠ ਵਿਭੂਖਣ ਸਾਰੰ, ਝੂਠ ਨੂੰ ਬੜੇ ਗਹਿਣੇ ਪਾ ਕੇ ਸ਼ਿੰਗਾਰ ਕੇ ਦੁਨੀਆ ਦੇ ਸਾਹਮਣੇ ਬਿਆਨ ਕੀਤਾ ਜਾਂਦਾ, ਤਾਂ ਕਿ ਕਿਸੇ ਨੂੰ ਸ਼ੱਕ ਹੀ ਨਾ ਹੋਵੇ। ਜਿਹੜਾ ਸੁਣਦਾ ਸੱਚ ਹੀ ਮੰਨ ਲੈਂਦਾ, ਸੱਚ ਮੰਨ ਲੈਂਦਾ। ਤੇ ਇੱਕ ਸਾਖੀ ਮੈਂ ਛੋਟੀ ਜੀ ਆਪ ਦੇ ਨਾਲ ਸਾਂਝੀ ਕਰ ਲਵਾਂ। ਕਹਿੰਦੇ ਸਰਦੀਆਂ ਦਾ ਮੌਸਮ ਆ ਰਿਹਾ ਸੀ, ਤਾਂ ਇੱਕ ਪੰਡਤ ਜੀ ਨੂੰ ਉਹਦੀ ਘਰਵਾਲੀ ਕਹਿਣ ਲੱਗੀ, ਪੰਡਤ ਜੀ ਸਰਦੀਆਂ ਦਾ ਮੌਸਮ ਆ ਰਿਹਾ ਹੈ, ਤੇ ਆਪਣੇ ਬਿਸਤਰੇ ਜਿਹੜੇ ਪੁਰਾਣੇ ਨੇ ਇੰਨੇ ਠੀਕ ਨਹੀਂ ਰਹੇ, ਆਪਾਂ ਨਵੇਂ ਬਿਸਤਰੇ ਤਿਆਰ ਕਰੀਏ, ਉਹਦੇ ਵਾਸਤੇ ਆਪਾਂ ਨੂੰ ਰੂੰ ਲਿਆਉਣੀ ਪੈਣੀ, ਕਪਾਹ ਇੰਤਜ਼ਾਮ ਕਰੀਏ ਉਹਦਾ, ਤਾਂ ਕਿ ਨਵੇਂ ਬਿਸਤਰੇ ਤਿਆਰ ਕਰੀਏ ਸਰਦੀਆਂ ਦੇ ਵਿੱਚ। ਉਹ ਪੰਡਤ ਜੀ ਕਹਿੰਦੇ ਵੀ ਕੋਈ ਗੱਲ ਨਹੀਂ, ਜਦੋਂ ਕੋਈ ਜਜਮਾਨ ਮੈਨੂੰ ਮਿਲ ਗਿਆ ਤਾਂ ਮੈਂ ਰੂੰ ਲੈਣ ਦੀ ਕੋਈ ਢੰਗ ਤਰੀਕਾ ਸੋਚ ਲਵਾਂਗਾ। ਕਹਿੰਦੇ ਠੀਕ ਹੈ। ਇੰਨੀ ਦੇਰ ਨੂੰ ਕਿਸੇ ਜ਼ਿਮੀਂਦਾਰ ਨੇ ਆ ਕੇ ਕੁੰਡਾ ਖੜਕਾਇਆ ਵੀ ਸਾਡੀ ਬੱਚੀ ਦਾ ਵਿਆਹ ਕਾਰਜ ਹੈ, ਤੁਸੀਂ ਉਹਦੇ ਫੇਰੇ ਕਰਵਾਉਣੇ ਨੇ। ਪੰਡਤ ਜੀ ਕਹਿੰਦੇ ਵੀ ਠੀਕ ਹੈ। ਦਿਨ ਵਾਰ ਮੁਕਰਰ ਕੀਤਾ ਗਿਆ। ਉਹ ਕਹਿੰਦੇ ਵੀ ਸਮੱਗਰੀ ਕੀ ਕੀ ਚਾਹੀਦੀ ਹੈ, ਜਦੋਂ ਫੇਰੇ ਹੋਣਗੇ ਸਮੱਗਰੀ ਕੀ ਲਿਆਉਣੀ ਹੈ। ਤਾਂ ਪੰਡਤ ਜੀ ਨੇ ਵੇਖਿਆ ਕਿ ਹੁਣ ਇਹਨਾਂ ਦੇ ਨਰਮਾ ਕਪਾਹ ਹੈਗਾ ਹੈ। ਕਹਿੰਦਾ ਵੀ ਜਿੱਥੇ ਵੇਦੀ ਗੱਡਣੀ ਨਾ, ਜਿੱਥੇ ਫੇਰੇ ਕਰਵਾਉਣੇ ਨੇ, ਜਿੱਥੇ ਮੰਡਪ ਲਾਉਣਾ ਸਾਰਾ, ਉਹਦੇ 4 ਨੁੱਕਰਾਂ ਤੇ 4 ਕਪਾਹ ਦੀਆਂ ਪੰਡਾਂ ਬੰਨ੍ਹ ਕੇ ਰੱਖਣੀਆਂ ਨੇ। ਉਹ ਕਹਿੰਦੇ ਵੀ ਇਹ ਵੀ ਸ਼ਾਇਦ ਸਮੱਗਰੀ ਦਾ ਹਿੱਸਾ ਹੀ ਹੋਏਗਾ। ਉਹ ਕਹਿੰਦੇ ਕੋਈ ਗੱਲ ਨਹੀਂ ਜੀ, ਰੱਖ ਦਿਆਂਗੇ 4 ਕਪਾਹ ਦੀਆਂ ਪੰਡਾਂ। ਹੁਣ ਉਹਦਾ ਵਿਚਾਰ ਇਹ ਸੀ ਵੀ ਵਿਆਹ ਹੋਣ ਤੋਂ ਬਾਅਦ 4 ਕਪਾਹ ਦੀਆਂ ਪੰਡਾਂ ਘਰੇ ਲੈ ਕੇ ਜਾਵਾਂਗਾ ਤੇ ਬਿਸਤਰੇ ਭਰ ਜਾਣਗੇ ਸਾਰੇ ਹੀ ਨਵੇਂ। ਹੁਣ ਉਹਨੇ ਜਿਵੇਂ ਜਿਵੇਂ ਦੱਸਿਆ ਉਸ ਤਰ੍ਹਾਂ ਸਾਰਾ ਮੰਡਪ ਲਾਇਆ ਗਿਆ, ਜਿੱਥੇ ਵੇਦੀ ਗੱਡੀ, ਜਿੱਥੇ ਫੇਰੇ ਹੋਣੇ ਸਨ, 4 ਕਪਾਹ ਦੀਆਂ ਪੰਡਾਂ ਬੰਨ੍ਹ ਕੇ 4 ਨੁੱਕਰਾਂ ਤੇ ਰੱਖ ਦਿੱਤੀਆਂ। ਕਹਿੰਦੇ ਬਰਾਤ ਜਦੋਂ ਆਈ ਨਾ, ਬਰਾਤ ਵਿੱਚ ਵੀ ਲੜਕੇ ਵਾਲਿਆਂ ਦਾ ਪੰਡਤ ਨਾਲ ਹੀ ਆਇਆ। ਲੜਕੇ ਵਾਲਿਆਂ ਦੇ ਬਰਾਤ ਵਿੱਚ ਉਹਨੇ ਆ ਕੇ ਵੇਖਿਆ ਵੀ ਮੰਡਪ ਲੱਗਾ ਹੋਇਆ, ਜਿੱਥੇ ਲਾਵਾਂ ਹੋਣੀਆਂ, ਫੇਰੇ ਹੋਣੇ ਨੇ, ਤਾਂ ਇਹਦੇ 4 ਨੁੱਕਰਾਂ ਤੇ 4 ਕਪਾਹ ਦੀਆਂ ਪੰਡਾਂ ਕਿਉਂ ਰੱਖੀਆਂ ਹੋਈਆਂ। ਉਹ ਬੜਾ ਹੈਰਾਨ ਜਿਹਾ ਹੋ ਗਿਆ। ਕਹਿੰਦਾ ਪਹਿਲੀ ਵਾਰੀ ਵੇਖਿਆ ਇਸ ਤਰ੍ਹਾਂ। ਉਹਨੇ ਫਿਰ ਆਪਣੇ ਹੀ ਭਾਸ਼ਾ ਦੇ ਵਿੱਚ ਲੜਕੀ ਵਾਲੇ ਪੰਡਤ ਨੂੰ ਸਵਾਲ ਕਰ ਦਿੱਤਾ। ਕਹਿੰਦੇ ਅਸਚਰਜੰ ਵਿਆਹੰ ਚੌਤਰਫੰ ਕਪਾਹੰ। ਕਹਿੰਦੇ ਅਸਚਰਜ ਵਿਆਹ ਹੋ ਰਿਹਾ, 4 ਪਾਸੇ 4 ਕਪਾਹ ਦੀਆਂ ਪੰਡਾਂ ਬੰਨ੍ਹ ਕੇ ਧਰੀਆਂ ਹੋਈਆਂ ਨੇ। ਤਾਂ ਲੜਕੀ ਵਾਲਾ ਪਰਿਵਾਰ ਦੇ ਜਿਹੜਾ ਪੰਡਤ ਸੀ, ਜਿਹਨੇ ਇਹ ਆਖਿਆ ਸੀ ਵੀ 4 ਪੰਡਾਂ ਕਪਾਹ ਦੀਆਂ ਰੱਖਿਓ, ਉਹ ਕਹਿਣ ਲੱਗਾ ਚੁੱਪੰ ਗੁੜਪੰ ਅਰਧ ਅਰਧ ਸਾਹੰ। ਕਹਿੰਦੇ ਚੁੱਪ ਰੱਖ, ਹੁਣ ਲਾਵਾਂ ਫੇਰੇ ਹੋਣ ਦੇ, ਬਾਅਦ ਵਿੱਚ ਅੱਧੀਆਂ ਅੱਧੀਆਂ ਕਰ ਲਵਾਂਗੇ, 2 ਤੇਰੀਆਂ 2 ਮੇਰੀਆਂ। ਕਹਿਣ ਦਾ ਭਾਵ ਹੈ ਇਸ ਢੰਗ ਦੇ ਨਾਲ ਝੂਠ ਨੂੰ ਇਸ ਤਰ੍ਹਾਂ ਸ਼ਿੰਗਾਰ ਕੇ, ਗਹਿਣੇ ਪਾ ਕੇ ਬੋਲਿਆ ਜਾਂਦਾ ਕਿ ਸਾਹਮਣੇ ਵਾਲੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਮੇਰੇ ਨਾਲ ਇਹ ਕੀ ਕਰ ਰਹੇ ਨੇ। ਮੈਨੂੰ ਧਰਮ ਦੇ ਨਾਂ 'ਤੇ, ਮਰਿਆਦਾ ਦੇ ਨਾਂ 'ਤੇ, ਸਮੱਗਰੀਆਂ ਦੇ ਨਾਂ 'ਤੇ ਕਿਤੇ ਲੁੱਟਿਆ ਤੇ ਨਹੀਂ ਜਾ ਰਿਹਾ। ਸਿੱਖੀ ਵਿੱਚ ਵੀ ਇਸ ਤਰ੍ਹਾਂ ਚੱਲਦਾ।
ਸਿੱਖ ਰਹਿਤ ਮਰਿਆਦਾ ਪੜ੍ਹ ਕੇ ਵੇਖੋ, ਉੱਥੇ ਸਹਿਜ ਪਾਠ ਦੀ ਗੱਲ, ਜਿਸ ਨੂੰ ਸਧਾਰਨ ਪਾਠ ਕਹਿੰਦੇ ਆਪਾਂ, ਇੱਕ ਸਹਿਜ ਪਾਠ ਹੈ, ਦੂਸਰਾ ਅਖੰਡ ਪਾਠ, ਦੋ ਹੀ ਪਾਠਾਂ ਦਾ ਜ਼ਿਕਰ ਹੈ। ਪਰ ਤੁਸੀਂ ਵੇਖੋਗੇ ਇਹਨਾਂ ਦੋ ਤੋਂ ਇਲਾਵਾ ਹੋਰ ਬੜੇ ਪਾਠ ਬਣਾ ਦਿੱਤੇ ਗਏ। ਸੰਪਟ ਪਾਠ, ਤੁਕ ਤੁਕ ਵਾਲਾ ਸੰਪਟ ਪਾਠ, ਅਤੀ ਸੰਪਟ ਪਾਠ, ਪਤਾ ਨਹੀਂ ਕਿੰਨੇ ਕੁ ਪਾਠ ਬਣਾ ਦਿੱਤੇ, ਤੇ ਉਹਨਾਂ ਦੀ ਭੇਟਾ ਵੀ ਜਿਹੜੀ ਹੈ ਲੱਖਾਂ ਤੋਂ ਉੱਪਰ ਹੀ ਹੁੰਦੀ ਹੈ। ਲੱਖਾਂ ਤੋਂ ਉੱਪਰ ਕਿਹਾ ਜਾਂਦਾ ਵੀ ਜੇ ਤੁਹਾਡੇ ਘਰ ਬਾਹਲਾ ਸੰਕਟ ਹੈ, ਆਹ ਪਾਠ ਕਰਾਓ, ਇਹਦੀ ਭੇਟਾ ਥੋੜੀ ਜਿਹੀ ਜ਼ਿਆਦਾ ਲੱਗੂਗੀ, ਪਰ ਤੁਹਾਡੇ ਸਾਰੇ ਸੰਕਟ ਕੱਟੇ ਜਾਣਗੇ। ਘਰ ਦੇ ਕਹਿੰਦੇ ਬਾਬਾ ਜੀ ਗੱਲ ਹੀ ਕੋਈ ਨਹੀਂ, ਭੇਟਾ ਦੀ ਤਾਂ ਜਿੰਨੀ ਮਰਜ਼ੀ ਲੈ ਲਓ। ਉਹ ਕਹਿੰਦੇ ਵੀ ਹਰ ਰੌਲ ਦੇ ਉੱਪਰ ਪਾਠੀ ਸਿੰਘ ਕੇਸੀ ਇਸ਼ਨਾਨ ਕਰਕੇ ਤੇ ਨਵਾਂ ਚੋਲਾ ਪਾ ਕੇ ਬੈਠੂਗਾ, ਇਹ ਚੋਲੇ ਤੁਸੀਂ ਸਵਾ ਕੇ ਦੇਣੇ ਨੇ। ਕਹਿੰਦੇ ਕੋਈ ਗੱਲ ਨਹੀਂ ਬਾਬਾ ਜੀ। ਇਸ ਢੰਗ ਦੇ ਨਾਲ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਧੰਦਾ ਲੋਕਾਂ ਨੇ ਜਿਹੜਾ ਹੈ ਉਹ ਬਣਾ ਲਿਆ, ਤੇ ਬਹੁਤ ਜ਼ਿਆਦਾ ਖੂਬ ਧੰਦਾ ਚੱਲ ਵੀ ਰਿਹਾ ਹੈ। ਝੂਠ ਨੂੰ ਇਸ ਤਰ੍ਹਾਂ ਸ਼ਿੰਗਾਰ ਕੇ ਪੇਸ਼ ਕੀਤਾ ਗਿਆ ਕਿ ਲੋਕਾਂ ਨੂੰ ਸਮਝ ਹੀ ਨਹੀਂ ਆਈ ਕਿ ਮਹਾਰਾਜ ਤਾਂ ਆਵਾਜ਼ ਮਾਰ ਕੇ ਕਹਿੰਦੇ ਸੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਨੂੰ ਅਸੀਂ ਆਪ ਪੜ੍ਹਨਾ ਸੀ, ਤੇ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਸੀ ਕਿ ਹਰ ਇੱਕ ਸਿੱਖ ਦੇ ਘਰ ਸਹਿਜ ਪਾਠ ਜਾਰੀ ਰਹਿਣਾ ਚਾਹੀਦਾ ਹੈ। ਹਰ ਇੱਕ ਸਿੱਖ ਆਪ ਬਾਣੀ ਪੜ੍ਹੇ, ਆਪ ਸੁਣੇ, ਵਿਚਾਰੇ। ਪਰ ਅਸੀਂ ਕੀ ਕਿਹਾ ਵੀ ਅਸੀਂ ਤਾਂ ਇੰਨੇ ਪੈਸੇ ਦੇ ਕੇ ਤੇ ਆਹ ਪਾਠ ਕਰਵਾ ਲਿਆ, ਬਸ ਹੁਣ ਸਾਡਾ ਤੇ ਪਾਰ ਉਤਾਰਾ ਹੋ ਹੀ ਜਾਣਾ ਹੈ। ਅਸੀਂ ਇਸ ਢੰਗ ਦੇ ਨਾਲ ਗੁੰਮਰਾਹ ਹੋ ਗਏ, ਸ਼ਿਕਾਰ ਹੋ ਗਏ। ਹੁਣ ਮਹਾਰਾਜ ਕਹਿੰਦੇ ਮੁੱਖ ਤੋਂ ਝੂਠ ਬੋਲਦਾ ਹੈ, ਤੇ ਝੂਠ ਨੂੰ ਬੜਾ ਸ਼ਿੰਗਾਰ ਕੇ ਬੋਲਦਾ। ਤ੍ਰੈਪਾਲ ਤਿਹਾਲ ਵਿਚਾਰਨ, ਕਹਿੰਦੇ 3 ਪੰਕਤੀਆਂ ਵਾਲਾ ਗਾਇਤਰੀ ਮੰਤਰ ਜਿਹੜਾ ਹੈ ਨਾ, ਉਹ ਵੀ ਉਹ ਪੜ੍ਹਦਾ ਹੈ। ਗਲ ਮਾਲਾ ਤਿਲਕ ਲਲਾਟੰ, ਕਹਿੰਦੇ ਗਲ ਵਿੱਚ ਮਾਲਾ ਵੀ ਪਾਈਆਂ ਹੋਈਆਂ, ਮੱਥੇ ਤੇ ਤਿਲਕ ਵੀ ਲਾਇਆ ਹੋਇਆ ਹੈ। ਦੋਏ ਧੋਤੀ ਵਸਤਰ ਕਪਾਟੰ, ਕਹਿੰਦੇ 2-2 ਧੋਤੀਆਂ। ਜਿਸ ਤਰ੍ਹਾਂ ਤੁਸੀਂ ਕਬੀਰ ਸਾਹਿਬ ਦੇ ਬਚਨ ਪੜ੍ਹਦੇ ਹੋ, ਕਬੀਰ ਸਾਹਿਬ ਕਹਿੰਦੇ ਨੇ ਗੱਜ 3.5 ਤੇ ਧੋਤੀਆਂ, ਦੋਹਰੇ ਪਾਇਨ ਤੱਕ ਗਲੀ ਜਿਨ੍ਹਾਂ ਜਪਾਲੀਆਂ, ਲੋਟੇ ਹੱਥ ਨਬੱਗ ਤੇਰੇ ਪਾਇਨ ਤੱਕ ਗਲੀ ਜਿਨ੍ਹਾਂ ਜਪਮਾਲੀਆਂ, ਲੋਟੇ ਹੱਥ ਨਬੱਗ ਹੋਏ ਹਰ ਕੇ ਸੰਤ ਨਾਖੀਆਂ ਬਾ ਨਾਰਸ ਕੇ ਠੱਗ, ਗਲੀ ਜਿਨ੍ਹਾਂ ਜਪਮਾਲੀਆਂ। ਕਹਿੰਦੇ ਇਸੇ ਤਰ੍ਹਾਂ ਇੱਥੇ ਮਹਾਰਾਜ ਕਹਿੰਦੇ ਦੋਏ ਧੋਤੀ ਵਸਤਰ ਕਪਾਟੰ, ਕਹਿੰਦੇ ਦੋਹਰੀਆਂ ਧੋਤੀਆਂ, ਮੱਥੇ ਤੇ ਤਿਲਕ ਲਾਏ। ਬਹੁਤ ਢੰਗ ਤਰੀਕਿਆਂ ਦੇ ਨਾਲ ਸਾਰੇ ਹੀ ਧਾਰਮਿਕ ਜਿਹੜੇ ਨੇ ਚਿੰਨ੍ਹ ਜਿਹੜੇ ਨੇ ਧਾਰਨ ਕੀਤੇ ਨੇ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ, ਕਹਿੰਦੇ ਸੱਚਮੁੱਚ ਅਜਿਹਾ ਵਿਅਕਤੀ ਜਿਹੜਾ ਸਾਰੇ ਧਰਮ ਦੇ ਕਰਮ ਕਰਕੇ ਇੱਕ ਅਡੰਬਰ ਬਣਾ ਕੇ ਬੈਠਾ ਹੋਇਆ ਹੈ, ਜੇ ਸੱਚਮੁੱਚ ਅੰਦਰੋਂ ਰੱਬ ਦੀ ਯਾਦ ਵਿੱਚ ਜੁੜਨ ਵਾਲਾ ਹੋਵੇ ਤਾਂ ਇਹ ਅਡੰਬਰ ਰਚਨ ਦੀ ਉਹਨੂੰ ਲੋੜ ਹੀ ਨਹੀਂ ਪੈਣੀ, ਇਹ ਵਿਖਾਵੇ ਦੇ ਕਰਮ ਕਰਨ ਦੀ ਲੋੜ ਨਹੀਂ ਪੈਣੀ। ਇਹ ਸਾਰੇ ਕਰਮ ਫੋਕਟ ਤੇ ਵਿਅਰਥ ਜਾਪਣਗੇ, ਪਰ ਇਹ ਸਾਰਾ ਭੇਖ ਬਣਾਇਆ ਹੋਇਆ ਹੈ ਦੁਨੀਆ ਨੂੰ ਗੁੰਮਰਾਹ ਕਰਨ ਵਾਸਤੇ। ਅੰਦਰ ਰੱਬ ਦੀ ਯਾਦ ਨਹੀਂ ਹੈ। ਇਹ ਸਾਰੇ ਭੇਖ ਬਣਾਏ ਹੋਏ ਨੇ ਦੁਨੀਆ ਨੂੰ ਲੁੱਟਣ ਵਾਸਤੇ, ਕਿਉਂਕਿ ਭੇਖ ਵੇਖ ਕੇ ਦੁਨੀਆ ਰੀਝਦੀ ਹੈ। ਭੇਖ ਵੇਖ ਕੇ ਸਾਡੀ ਵੀ ਇਹੋ ਤਰਾਸਦੀ ਹੈ। ਅਸੀਂ ਵੀ ਭੇਖ ਵੇਖ ਕੇ ਬੜੇ ਪ੍ਰਸੰਨ ਹੁੰਦੇ ਹਾਂ। ਜਿਹਦੇ ਕੋਲ ਬਹੁਤ ਵੱਡੀ ਗੱਡੀ ਹੋਵੇ, ਬਹੁਤ ਵੱਡਾ ਚੋਲਾ ਪਾਇਆ ਹੋਵੇ, ਬਹੁਤ ਵੱਡੀ ਫੌਜ ਨਾਲ ਹੋਵੇ ਜਨਤਾ ਦੀ, ਗਨਮੈਨ ਹੋਣ, ਅਸੀਂ ਪਤਾ ਕੀ ਆਖਾਂਗੇ, ਇਹ ਬਹੁਤ ਵੱਡੇ ਬਾਬਾ ਜੀ ਹਨ, ਬਹੁਤ ਵੱਡੇ। ਤੇ ਸਾਡੇ ਵਰਗੇ ਫਿਰ ਦੂਰੋਂ ਹੀ ਹੱਥ ਜੋੜ ਕੇ ਲੰਮੇ ਪੈ ਜਾਂਦੇ ਉਹਦੇ ਅੱਗੇ, ਵੱਡੇ ਮਹਾਂਪੁਰਸ਼ ਹਨ, ਗੱਡੀ ਬੜੀ ਵੱਡੀ ਹੈ, ਗਨਮੈਨ ਬਹੁਤ ਨੇ ਨਾਲ, ਮੁਲਕ ਬੜਾ ਇਹਦੇ ਪਿੱਛੇ ਹਰ ਲਰਲ ਕਰਦਾ ਫਿਰਦਾ ਹੈ। ਅਸੀਂ ਕਹਿੰਦੇ ਬਹੁਤ ਵੱਡੇ ਬਾਬਾ ਜੀ, ਬਹੁਤ ਵੱਡੇ ਮਹਾਂਪੁਰਸ਼, ਬਹੁਤ ਵੱਡੇ ਸੰਤ। ਪਰ ਸੱਚ ਜਾਣਿਓ
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ ਨਾ, ਉਹ ਤਾਂ ਜੁੱਤੀਆਂ ਗੰਢਦੇ ਰਹੇ, ਉਹ ਤਾਂ ਖੱਡੀਆਂ ਬੁਣਦੇ ਰਹੇ, ਉਹ ਤਾਂ ਕੱਪੜੇ ਰੰਗਦੇ ਰਹੇ, ਉਹ ਤਾਂ ਖੇਤੀਬਾੜੀ ਕਰਨ ਵਾਲੇ ਸੀ ਭਗਤ ਧੰਨਾ ਜੀ ਵਰਗੇ। ਕਿਸੇ ਨੇ ਕੋਈ ਅਡੰਬਰ ਨਹੀਂ ਰਚਿਆ, ਕਿਸੇ ਨੇ ਕੋਈ ਵਿਖਾਵਾ ਨਹੀਂ ਕੀਤਾ, ਕਿਸੇ ਨੇ ਕੋਈ ਫੈਲਸੂਫੀ ਨਹੀਂ ਕੀਤੀ ਇਸ ਤਰ੍ਹਾਂ ਦੀ। ਮਹਾਰਾਜ ਨੇ ਉਹਨਾਂ ਮਹਾਂਪੁਰਸ਼ਾਂ ਨੂੰ ਥਾਂ ਦਿੱਤੀ ਇੱਥੇ। ਉਸ ਵਕਤ ਵੀ ਵਿਖਾਵਾ ਕਰਨ ਵਾਲੇ ਬਹੁਤ ਸੀ, ਮਲਕ ਭਾਗੋ ਵਰਗੇ ਵਿਖਾਵਾ ਕਰਨ ਵਾਲੇ ਬਹੁਤ ਸੀ, ਸੇਠ ਦੁਨੀ ਚੰਦ ਵਰਗੇ ਵੱਡੇ ਵੱਡੇ ਧਨੀ ਲੋਕ। ਅੱਜ ਵਰਗਾ ਮਾਹੌਲ ਹੁੰਦਾ ਨਾ ਕਿਤੇ, ਅੱਜ ਵਰਗਾ, ਤੇ ਫਿਰ ਭਾਈ ਲਾਲੋ ਦੇ ਘਰ ਕਿਸੇ ਨਹੀਂ ਸੀ ਜਾਣਾ। ਅੱਜ ਇਸ ਤਰ੍ਹਾਂ ਦਾ ਮਾਹੌਲ ਹੈ। ਅੱਜ ਜਿਹੜੇ ਆਪਣੇ ਆਪ ਨੂੰ ਸੰਤ ਮਹਾਂਪੁਰਸ਼ ਖਵਾਉਂਦੇ ਨੇ, ਉਹਨਾਂ ਦੀਆਂ ਗੱਡੀਆਂ ਵੀ ਵੱਡੇ ਘਰਾਂ ਵਿੱਚ ਜਾਂਦੀਆਂ ਨੇ, ਜਿਨ੍ਹਾਂ ਦੇ ਦਰਵਾਜ਼ੇ ਰਿਮੋਟ ਨਾਲ ਖੁੱਲ੍ਹਦੇ। ਜੇ ਕੋਈ ਆਮ ਸਧਾਰਨ ਬੰਦਾ ਆਖੇ ਵੀ ਸਾਡੇ ਘਰ, ਕਹਿੰਦੇ ਨਹੀਂ ਨਹੀਂ, ਤੁਹਾਡੇ ਕੋਲ ਸਮਾਂ ਹੀ ਹੈ ਨਹੀਂ ਸਾਡੇ ਕੋਲ ਤੁਹਾਡੇ ਘਰ ਜਾਣ ਦਾ। ਇਹ ਹਾਲਾਤ ਨੇ ਅੱਜ ਦੇ। ਹੁਣ ਮਹਾਰਾਜ ਕਹਿੰਦੇ ਜੇ ਸੱਚਮੁੱਚ ਬ੍ਰਹਮੰ ਕਰਮੰ, ਸੱਚਮੁੱਚ ਪਰਮੇਸ਼ਰ ਦੀ ਯਾਦ ਵਿੱਚ ਜੁੜਨ ਵਾਲਾ ਹੋਵੇ, ਤਾਂ ਉਹਨੂੰ ਇਹ ਵਿਖਾਵੇ ਦੇ ਫੋਕਟ ਕਰਮ ਕਰਨ ਦਾ ਕੋਈ ਫਾਇਦਾ ਨਹੀਂ, ਕੋਈ ਲੋੜ ਹੀ ਨਹੀਂ ਪੈਣੀ। ਕਹੋ ਨਾਨਕ ਨਿਹਚੋ ਧਿਆਵੇ, ਬਿਨ ਸਤਿਗੁਰ ਵਾਟ ਨਾ ਪਾਵੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਤਿਗੁਰੂ ਤੋਂ ਬਿਨਾ ਮਨੁੱਖ ਨੂੰ ਸਹੀ ਰਸਤੇ ਦੀ ਸਮਝ ਨਹੀਂ ਲੱਗਦੀ। ਮਨੁੱਖ ਕਰਮ ਕਾਂਡਾਂ ਦੇ ਵਿੱਚ ਭਰਮਾਂ ਵਿੱਚ ਹੀ ਉਲਝਿਆ ਰਹਿੰਦਾ, ਭੁਲੇਖਿਆਂ ਵਿੱਚ ਹੀ ਪਿਆ ਰਹਿੰਦਾ, ਵਿਖਾਵਾ ਹੀ ਕਰੀ ਜਾਂਦਾ, ਬਸ ਵਿਖਾਵਾ ਹੀ। ਸਤਿਗੁਰੂ ਨੇ ਸਾਰੇ ਵਿਖਾਵਿਆਂ ਤੋਂ ਸਾਨੂੰ ਮੁਕਤ ਕਰਕੇ ਸੱਚਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਹਿੰਦੇ ਤੈਨੂੰ ਕਿਸੇ ਤਰ੍ਹਾਂ ਦਾ ਵਿਖਾਵਾ ਕਰਨ ਦੀ ਲੋੜ ਨਹੀਂ, ਕਿਸੇ ਤਰ੍ਹਾਂ ਦੇ ਭੇਖ ਅਡੰਬਰ ਕਰਨ ਦੀ ਲੋੜ ਨਹੀਂ। ਸਤਿਗੁਰੂ ਦੀ ਪੂਰੀ ਬਾਣੀ ਪੜ੍ਹ ਕੇ ਵੇਖੋ, ਸਹਿਜ ਪਾਠ ਆਪ ਕਰਕੇ ਵੇਖੋ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਸਤਿਗੁਰੂ ਜੀ ਨੇ ਕਿੰਨੀ ਸਰਲ ਜੀਵਨ ਜਾਚ ਸਾਨੂੰ ਬਖਸ਼ਿਸ਼ ਕੀਤੀ ਹੈ, ਕਿੰਨੀ ਸਰਲ, ਜਿਹਨੂੰ ਹਰ ਕੋਈ ਅਪਣਾ ਸਕਦਾ ਹੈ। ਮਹਾਰਾਜ ਕਹਿੰਦੇ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਅੰਮ੍ਰਿਤ ਵੇਲੇ ਜਾਗਣ ਦੀ ਗੱਲ ਬਾਣੀ ਵਿੱਚ ਮਿਲਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਉਦਮ ਕਰਕੇ ਅੰਮ੍ਰਿਤ ਵੇਲੇ ਉੱਠਣਾ ਹੈ। ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠੇਗਾ, ਸੱਚੇ ਪਾਤਸ਼ਾਹ ਕਹਿੰਦੇ ਫਿਰ ਇਸ਼ਨਾਨ ਕਰਨਾ ਹੈ, ਇਸ਼ਨਾਨ ਕਰਕੇ ਕਰਤਾਰ ਦੀ ਸਿਫਤ ਵਿੱਚ ਜੁੜਨਾ ਹੈ। ਫਿਰ ਤੂੰ ਆਪਣੇ ਦੁਨਿਆਵੀ ਕੰਮਕਾਰ ਕਰ। ਹੁਣ ਇਹ ਬਹੁਤ ਸਾਦਾ ਜੀਵਨ ਸੱਚੇ ਪਾਤਸ਼ਾਹ ਨੇ ਸਾਨੂੰ ਗੁਜ਼ਾਰਨ ਦਾ ਹੁਕਮ ਦਿੱਤਾ ਹੈ। ਕਿਸੇ ਤਰ੍ਹਾਂ ਦੇ ਭੇਖ ਵਿੱਚ ਪੈਣ ਦੀ ਲੋੜ ਨਹੀਂ। ਤੇ ਸਤਿਗੁਰੂ ਕਹਿੰਦੇ ਨੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਇਹ ਸੁਚੱਜੀ ਜੀਵਨ ਜਾਚ ਪ੍ਰਾਪਤ ਕਰਦੇ ਨੇ, ਉਹ ਫੋਕਟ ਕਰਮਾਂ ਤੋਂ ਬਚ ਜਾਂਦੇ ਨੇ। ਅੱਗੇ ਪੌੜੀ ਵਿੱਚ ਮਹਾਰਾਜ ਕਹਿੰਦੇ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਇਹ ਕੱਪੜੇ, ਇਹ ਰੂਪ, ਸਾਰਾ ਕੁਝ ਇੱਥੇ ਰਹਿ ਜਾਣਾ ਸੰਸਾਰ ਦੇ ਅੰਦਰ। ਇੱਕ ਦਿਨ ਜਦੋਂ ਸੰਸਾਰ ਤੋਂ ਜਾਣਾ ਹੈ ਤਾਂ ਉਸ ਵੇਲੇ ਭਰੀਆਂ ਹੋਈਆਂ ਅਲਮਾਰੀਆਂ ਕੱਪੜਿਆਂ ਦੀਆਂ, ਜਾਂ ਸੋਹਣਾ ਰੂਪ ਜਿਸ 'ਤੇ ਬੜਾ ਮਾਣ ਕਰਦੇ ਸੀ, ਉਹ ਚੀਜ਼ਾਂ ਕੋਈ ਵੀ ਕੰਮ ਨਹੀਂ ਆਉਂਦੀਆਂ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਕਹਿੰਦੇ ਜਿਹੋ ਜਿਹੇ ਕਰਮ ਤੂੰ ਕੀਤੇ ਨੇ ਨਾ, ਭਾਵੇਂ ਚੰਗੇ ਕੀਤੇ ਨੇ ਤੇ ਭਾਵੇਂ ਮੰਦੇ, ਗੱਲ ਹੁਣ ਕਰਮਾਂ ਤੇ ਨਿਬੜਨੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੱਲ ਕਰਮਾਂ ਤੇ ਨਿਬੜਨੀ ਹੈ। ਜਿਨ੍ਹਾਂ ਦੇ ਕਰਮ ਚੰਗੇ ਨੇ ਰੱਬ ਨਾਲ ਨੇੜਤਾ ਬਣੇਗੀ, ਮਾੜੇ ਕਰਮਾਂ ਵਾਲੇ ਫਿਰ ਰੱਬ ਨਾਲੋਂ ਦੂਰੀ ਵੱਧ ਜਾਂਦੀ ਹੈ। ਹੁਕਮ ਕੀਏ ਮਨ ਭਾਵਦੇ ਰਾਹ, ਪੀੜੈ ਅੱਗੇ ਜਾਵਣਾ। ਕਈਆਂ ਨੇ ਇੱਥੇ ਨਾ ਸੰਸਾਰ ਵਿੱਚ ਰਹਿੰਦਿਆਂ ਬੜਾ ਆਪਣਾ ਹੁਕਮ ਚਲਾਇਆ ਹੁੰਦਾ ਦੂਜਿਆਂ ਦੇ ਉੱਪਰ, ਬਹੁਤ ਜ਼ਬਰਦਸਤੀ ਸਖਤੀ ਨਾਲ ਆਪਣਾ ਹੁਕਮ ਲਾਗੂ ਕਰਵਾਉਂਦੇ ਨੇ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਤਾਂ ਹੋ ਸਕਦਾ ਹੈ ਲੋਕ ਨਾ ਚਾਹੁੰਦਿਆਂ ਹੋਇਆਂ ਵੀ ਤੇਰੀ ਗੱਲ ਮੰਨ ਲੈਣ, ਤੇਰਾ ਹੁਕਮ ਮੰਨਣ। ਤੂੰ ਆਖੇ ਵੀ ਮੇਰਾ ਸੁਭਾਅ ਬੜਾ ਸਖਤ ਹੈ, ਮੇਰੀ ਗੱਲ ਤਾਂ ਸਾਰਿਆਂ ਨੂੰ ਮੰਨਣੀ ਪੈਂਦੀ ਹੈ। ਕਹਿੰਦੇ ਪਰ ਪਿਆਰਿਆ ਅੱਗੇ ਜਾ ਕੇ ਨਹੀਂ, ਪਰਮੇਸ਼ਰ ਦੇ ਘਰ ਨਹੀਂ, ਇਹ ਉੱਥੇ ਇਹ ਗੱਲ ਨਹੀਂ ਚੱਲਣੀ ਵੀ ਤੂੰ ਬਹੁਤ ਵੱਡਾ ਮੰਤਰੀ ਰਿਹਾ, ਸੰਤਰੀ ਰਿਹਾ, ਪ੍ਰਧਾਨ ਮੰਤਰੀ ਰਿਹਾ। ਇਹ ਚੀਜ਼ ਉੱਥੇ ਨਹੀਂ ਵਾਚੀ ਜਾਣੀ। ਉੱਥੇ ਤਾਂ ਸੱਚੇ ਪਾਤਸ਼ਾਹ ਕਹਿੰਦੇ ਬਹੁਤ ਭੀੜਾ ਰਸਤਾ ਹੈ, ਭੀੜਾ ਰਸਤਾ।
ਭਾਵ ਦੁਨੀਆ ਵਾਲੇ ਵਿੰਗ ਵੱਲ ਛੱਡ ਕੇ, ਹਉਮੈ ਹੰਕਾਰ ਛੱਡ ਕੇ ਬਿਲਕੁਲ ਸਿੱਧਾ ਹੋ ਕੇ ਤੁਰੇਗਾ ਤੇ ਤਾਂ ਮਾਲਕ ਦੇ ਘਰ ਪ੍ਰਵਾਨ ਹੋਏਗਾ। ਜੇ ਤੂੰ ਆਖਿਆ ਵੀ ਮੇਰੇ ਕੋਲ ਅਹੁਦਾ ਬੜਾ ਵੱਡਾ ਤੇ ਫੁੱਲ ਕੇ ਪਹਾੜ ਬਣ ਗਿਆ, ਫਿਰ ਗੱਲ ਬਣਨੀ ਨਹੀਂ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੈਂ ਭਾਏ, ਮਨ ਤੋਂ ਮੈਗਲ ਹੋਏ ਰਿਓ ਨਿਕਸਿਓ ਕੰਕਰ ਜਾਏ। ਕਹਿੰਦੇ ਮੁਕਤ ਦੁਆਰਾ ਬਹੁਤ ਬਰੀਕ ਹੈ, ਸਰੋਂ ਦੇ ਦਾਣੇ ਦੇ 10ਵੇਂ ਹਿੱਸੇ ਦੇ ਬਰਾਬਰ ਹੈ ਤੇ ਮਨ ਫੁੱਲ ਕੇ ਹਾਥੀ ਬਣਿਆ ਹੋਇਆ। ਕਹਿੰਦਾ ਕਿਵੇਂ ਲੰਘੇ ਵਿੱਚੋਂ? ਭਾਵ ਇਹਦਾ ਹੈ ਕਿ ਇੰਨੀ ਹਉਮੈ ਮਨੁੱਖ ਅੰਦਰ ਭਰੀ ਹੋਈ ਹੈ, ਪਰਮੇਸ਼ਰ ਦੇ ਘਰ ਪ੍ਰਵਾਨ ਕਿਵੇਂ ਹੋਵਾਂਗੇ? ਉੱਥੇ ਤਾਂ ਬਹੁਤ ਨਿਮਰਤਾ ਵਾਲੇ ਪ੍ਰਵਾਨ ਹੁੰਦੇ ਨੇ, ਜਿਨ੍ਹਾਂ ਅੰਦਰ ਹਉਮੈ ਹੰਕਾਰ ਮੁੱਕ ਗਿਆ। ਨੰਗਾ ਦੋਜ਼ਕ ਚਾਲਿਆ ਤਾਂ ਦੱਸੈ ਖਰਾ ਡਰਾਵਣਾ। ਕਹਿੰਦੇ ਜਦੋਂ ਤੇਰੇ ਦੁਆਰਾ ਕੀਤੇ ਹੋਏ ਕਰਮਾਂ ਦਾ ਲੇਖਾ ਹੋਏਗਾ ਤਾਂ ਫਿਰ ਤੇਰੇ ਕੀਤੇ ਹੋਏ ਕਰਮ ਤੇਰੇ ਸਾਹਮਣੇ ਜਦੋਂ ਆਉਣਗੇ ਤਾਂ ਬੰਦਾ ਫਿਰ ਕੀ ਕਰਦਾ ਹੈ? ਬੜਾ ਘਬਰਾ ਜਾਂਦਾ। ਡਰਾਉਣਾ ਰੂਪ ਬੰਦੇ ਦਾ ਵੇਖ ਕੇ ਆਪਣੇ ਆਪ ਹੀ ਬੰਦੇ ਨੂੰ ਘਬਰਾਹਟ ਹੁੰਦੀ ਹੈ। ਜਦੋਂ ਕੋਈ ਬੰਦਾ ਮਾੜਾ ਕਰਮ ਕਰਦਾ, ਹੁਣ ਤੁਸੀਂ ਵੇਖਦੇ ਹੋ ਨਾ, ਅੱਜ CCTV ਕੈਮਰੇ ਆ ਗਏ, ਹੋਰ ਬੜੀ ਚੀਜ਼ਾਂ ਆ ਗਈਆਂ ਨੇ। ਗੁਨਾਹ ਕਰਨ ਵਾਲੇ ਬੰਦੇ ਜਦੋਂ ਗੁਨਾਹ ਕਰ ਰਹੇ ਹੁੰਦੇ ਨੇ, ਉਹ ਕਹਿੰਦੇ ਸਾਨੂੰ ਕੋਈ ਵੇਖਦਾ ਨਹੀਂ। ਬਾਅਦ ਵਿੱਚ ਉਹਨਾਂ ਦੀ ਤਸਵੀਰ ਉਹਨਾਂ ਦੇ ਸਾਹਮਣੇ ਰੱਖੀ ਜਾਂਦੀ ਵੀ ਆਹ ਵੇਖੋ, ਆਹ ਕਤਲ ਤੁਸੀਂ ਕਰਦੇ ਹੋ, ਆਹ ਗੁਨਾਹ ਤੁਸੀਂ ਕੀਤਾ, ਆਹ ਬਲਾਤਕਾਰ ਕੀਤਾ, ਆਹ ਲੁੱਟਿਆ ਠੱਗਿਆ ਮਾਰਿਆ ਕਿਸੇ ਨੂੰ। ਉਹਨਾਂ ਦੀ ਤਸਵੀਰ ਜਦੋਂ ਸਾਹਮਣੇ ਆਉਂਦੀ ਹੈ ਨਾ, ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਵੀ ਇਹ ਤਾਂ ਸਾਰਾ ਕੁਝ ਸਾਹਮਣੇ ਆ ਗਿਆ। ਫਿਰ ਉਹਨਾਂ ਨੂੰ ਸਾਹਮਣੇ ਸੱਚ ਪ੍ਰਤੀਤ ਜਦੋਂ ਹੁੰਦਾ, ਸਾਰਾ ਕੁਝ ਸਾਹਮਣੇ ਦਿਸ ਜਾਂਦਾ, ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਸਾਡਾ ਹਸ਼ਰ ਬੜਾ ਮਾੜਾ ਹੋਏਗਾ, ਸਾਡਾ ਅੰਤ ਬੜਾ ਮਾੜਾ ਹੋਏਗਾ, ਹੁਣ ਅਸੀਂ ਨਰਕਾਂ ਵਿੱਚ ਧੱਕੇ ਖਾਵਾਂਗੇ। ਭਾਵ ਸਾਨੂੰ ਬਹੁਤ ਘਟੀਆ ਪੱਧਰ ਦਾ ਜੀਵਨ ਹੁਣ ਗੁਜ਼ਾਰਨਾ ਪਵੇਗਾ, ਕਿਉਂਕਿ ਸੱਚਾਈ ਸਾਹਮਣੇ ਆ ਚੁੱਕੀ ਹੈ। ਤਾਂ ਮਹਾਰਾਜ ਕਹਿੰਦੇ ਨੰਗਾ ਦੋਜ਼ਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਉੱਥੇ ਫਿਰ ਮਨੁੱਖ ਦਾ ਆਪਣਾ ਹਾਲ ਜਿਹੜਾ ਹੈ ਬੜਾ ਮਾੜਾ ਹੋ ਜਾਂਦਾ ਜਦੋਂ ਇਹਦੇ ਕੀਤੇ ਕਰਮ ਦੇ ਸਾਹਮਣੇ ਆਉਂਦੇ ਨੇ। ਕਰ ਔਗਣ ਪਛੋਤਾਵਣਾ। ਸਾਹਿਬ ਫਿਰ ਕਹਿੰਦੇ ਨੇ ਵੀ ਔਗਣ ਕਰਕੇ ਤਾਂ ਕੇਵਲ ਪਛਤਾਵਾ ਹੀ ਪੱਲੇ ਪੈਂਦਾ ਹੈ। ਇਸ ਕਰਕੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਗੁਰੂ ਦੇ ਕੋਲੋਂ ਜੀਵਨ ਜਾਚ ਪ੍ਰਾਪਤ ਕਰਕੇ ਸੱਚਮੁੱਚ ਧਰਮੀ ਬਣੀਏ, ਧਰਮ ਦੇ ਭੇਖ ਨਾ ਕਰੀਏ। ਭੇਖ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹਾਂ, ਪਰ ਰੱਬ ਦੇ ਦਰ 'ਤੇ ਨਹੀਂ ਪ੍ਰਵਾਨਗੀ ਹੋਏਗੀ। ਉੱਥੇ ਤਾਂ ਸੱਚ 'ਤੇ ਨਿਬੇੜਾ ਹੋਣਾ ਹੈ। ਜਿਨ੍ਹਾਂ ਦੇ ਪੱਲੇ ਸੱਚ ਹੈ ਉਹ ਮਾਲਕ ਦੇ ਘਰ ਪ੍ਰਵਾਨ ਹੁੰਦੇ ਨੇ। ਉੱਥੇ ਸੱਚੇ ਹੀ ਸੱਚ ਨਿਬੜ ਚੁਣ ਵੱਖ ਕੱਢੇ ਜਿਜ ਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਕ ਚਾਲਿਆ। ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਜਿਨ੍ਹਾਂ ਦੇ ਪੱਲੇ ਨਾਮ ਹੈ ਉਹ ਜੀਵਨ ਦੀ ਬਾਜੀ ਸੰਸਾਰ ਤੋਂ ਜਿੱਤ ਕੇ ਜਾਂਦੇ ਨੇ। ਔਗਣ ਕਰਨ ਵਾਲੇ ਪਛਤਾਵਾ ਕਰਦੇ ਜੀਵਨ ਦੀ ਬਾਜੀ ਹਾਰ ਕੇ ਜਾਂਦੇ ਨੇ। ਸਤਿਗੁਰ ਕਿਰਪਾ ਕਰਨ। ਗੁਰੂ ਕੇ ਚਰਨਾਂ ਵਿੱਚ ਆਪਾਂ ਵੀ ਨਿਤਾ ਪ੍ਰਤੀ ਜੁੜ ਕੇ ਗੁਰੂ ਦੇ ਕੋਲੋਂ ਜੀਵਨ ਜਾਚ ਪ੍ਰਾਪਤ ਕਰਕੇ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਜਿਉਂਦਿਆਂ ਹੋਇਆਂ ਜੀਵਨ ਨੂੰ ਸਫਲਾ ਕਰੀਏ। ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।